ਤੁਸੀਂ ਦੇਖ ਰਹੇ ਹੋ ਦੀ ਟੀਵੀ ਐਨਆਰਆਈ ਤੇ ਮੈਂ ਹਾਂ ਤੁਹਾਡੇ ਨਾਲ ਹੀਨਾ। ਈਵਨਿੰਗ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕੁਝ ਖਾਸ ਖਬਰਾਂ ਦੇ ਨਾਲ। ਪਹਿਲਾ ਨਜ਼ਰ ਮਾਰ ਲੈਂਦੇ ਹਾਂ ਅੱਜ ਦੀਆਂ ਸੁਰਖੀਆਂ ਤੇ। ਅੰਮ੍ਰਿਤਸਰ ਗੋਲਡਨ ਗੇਟ ਤੇ ਟੈਕਸੀ ਯੂਨੀਅਨਾਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ। 31 ਮਾਰਚ ਨੂੰ ਹੋਵੇਗੀ ਸ਼੍ਰੀ ਦਰਬਾਰ ਸਾਹਿਬ ਸਰੋਵਰ 'ਚ ਜਾਣ ਵਾਲੇ ਜਲ ਦੀ ਹੰਸਨੀ ਦੀ ਸਫਾਈ। ਬੇਕਾਬੂ ਹੋਣ ਲੱਗਾ ਕਰੋਨਾ। 24 ਘੰਟਿਆਂ ਵਿੱਚ ਮਿਲੇ ਕਰੀਬ 47,000 ਕੇਸ, 212 ਮੌਤਾਂ। ਗੁਰਜੀਤ ਔਜਲਾ ਦਾ ਕਹਿਣਾ, ਅਸੀਂ ਆਪਣੀ ਸਰਕਾਰ ਦੇ ਸਮੇਂ ਨਸ਼ਾ ਖਤਮ ਨਹੀਂ ਕਰ ਸਕੇ ਪਰ ਨਸ਼ੇ ਦਾ ਲੱਕ ਤੋੜਨ 'ਚ ਜ਼ਰੂਰ ਸਫਲ ਹੋਏ। 15 ਸਾਲ ਦੇ ਬੱਚੇ ਨੇ ਬਣਾਇਆ ਫੋਰਡ 3600। ਬੀਬੀ ਜਾਗੀਰ ਕੌਰ ਦਾ ਕਹਿਣਾ ਕਿ ਯੂਨਾਈਟਿਡ ਸਿੱਖ ਮਿਸ਼ਨ ਕੈਲੀਫੋਰਨੀਆ ਨੇ ਦਰਬਾਰ ਸਾਹਿਬ ਕੋਲ ਸੋਲਰ ਸਿਸਟਮ ਲਗਾਉਣ ਦਾ ਚੁੱਕਿਆ ਹੈ ਬੇੜਾ। ਆਓ ਨਜ਼ਰ ਮਾਰ ਲੈਂਦੇ ਹਾਂ ਕੁਝ ਵਿਸਤਾਰ ਦੇ ਨਾਲ ਇਹਨਾਂ ਖਬਰਾਂ ਤੇ। ਅੱਜ ਅੰਮ੍ਰਿਤਸਰ ਗੋਲਡਨ ਗੇਟ ਅੱਗੇ ਸੰਯੁਕਤ ਸੰਘਰਸ਼ ਕਮੇਟੀ ਅਤੇ ਆਲ ਪੰਜਾਬ ਟੈਕਸੀ ਟ੍ਰੇਡ ਯੂਨੀਅਨ ਪੰਜਾਬ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਉੱਥੇ ਪ੍ਰਦਰਸ਼ਨਕਾਰੀਆਂ ਨੇ ਕਿਸਾਨਾਂ ਦੇ ਹੱਕ 'ਚ ਅਤੇ ਟੈਕਸੀ ਯੂਨੀਅਨ ਦੇ ਹੱਕ 'ਚ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਦੇ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਉਂਦੇ ਉਹਨਾਂ ਕਿਹਾ ਕਿ ਨੈਸ਼ਨਲ ਪਰਮਿਟ ਦੇ ਨਾਂ ਤੇ ਟੈਕਸੀ ਚਾਲਕਾਂ ਦੀ ਲੁੱਟ ਬੰਦ ਕੀਤੀ ਜਾਵੇ। ਸੋ ਮੇਰਾ ਨਾਮ ਹੈ ਜੀ ਸੋਨੂ ਨਮਾਣਾ, ਪੰਜਾਬ ਟੈਕਸੀ ਯੂਨੀਅਨ ਤੋਂ ਸਹਾਇਕ ਉਪ ਪ੍ਰਧਾਨ ਪੰਜਾਬ ਤੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ। ਸੋ ਸਾਡਾ ਮੁੱਦਾ ਇਹ ਆ ਜੀ, ਜੋ ਕੇਂਦਰ ਸਰਕਾਰ ਨੇ 1 ਅਪ੍ਰੈਲ ਤੋਂ ਟੈਕਸ ਲਾਉਣ ਜਾ ਰਹੀ ਆ PB1 ਗੱਡੀਆਂ ਦੇ ਉੱਪਰ, ਜਿਹਦੇ ਵਿੱਚ ਸਿਰਫ 3 ਹੀ ਕੈਟਾਗਰੀਆਂ ਰੱਖੀਆਂ ਗਈਆਂ ਵਾ, 9, 12 ਤੇ 23। ਹੁਣ ਸਾਲ ਦਾ 25,000 ਰੁਪਈਆ ਦੇਣਾ ਪਊਗਾ ਜਿਹੜੀ 9 ਸੀਟਰ ਗੱਡੀ ਆ। ਹੁਣ ਜਿਹੜਾ 4 ਸੀਟਾਂ ਗੱਡੀ ਵਾਲਾ ਵਾ ਉਹ 9 ਸੀਟਾਂ ਦਾ ਟੈਕਸ ਕਿਉਂ ਦਊਗਾ, ਤੇ ਜਿਹੜਾ 12 ਸੀਟਾਂ ਵਾਲਾ ਵਾ ਗੱਡੀ ਵਾਲਾ ਉਹ 23 ਸੀਟਾਂ ਦਾ ਟੈਕਸ ਕਿਉਂ ਦਊਗਾ। ਹੁਣ ਜਿਹੜੀਆਂ 23 ਤੋਂ ਉੱਪਰ 35, 52 ਤੱਕ ਆ ਉਹਦਾ 3 ਲੱਖ ਰੁਪਈਆ ਵਾ। ਤੇ ਮੈਂ ਤੇ ਇਹ ਕਹੂੰਗਾ ਵੀ ਇਹ ਕੇਂਦਰ ਸਰਕਾਰ ਦੀ ਮੂਰਖਤਾਈ ਆ ਜਾਂ ਅਨਪੜ੍ਹਤਾ ਵਾ, ਤੇ ਉਹਨਾਂ ਨੂੰ ਇਹਦੇ ਉੱਪਰ ਗੌਰ ਕਰਨਾ ਚਾਹੀਦਾ ਵਾ। ਸਾਡੀ ਮੰਗ ਪੂਰੇ ਭਾਰਤ ਵੱਲੋਂ ਇਹ ਆ ਵੀ ਪਰ ਸ਼ੀਟ 2,000 ਰੁਪਈਆ ਜਿਹੜਾ ਵਾ ਸ਼ੀਟ ਦੇ ਉੱਪਰ ਲਾ ਦੇਣ, ਜਿਹੜਾ ਅਸੀਂ ਆਸਾਨੀ ਨਾਲ ਦੇ ਸਕਦੇ ਹਾਂ। ਪਰ ਜੇਕਰ ਗੱਲ ਕਰੀਏ ਤਾਂ ਇਸ ਵੇਲੇ ਕਰੋਨਾ ਵਾਇਰਸ ਦਾ ਦੌਰ ਹੈ, ਕੀ ਲੱਗਦਾ ਨਹੀਂ ਸਰਕਾਰ ਕਿਤੇ ਨਾ ਕਿਤੇ ਇਦਾਂ ਦੇ ਟੈਕਸ ਵਧਾ ਕੇ ਆਮ ਜਨਤਾ ਨੂੰ ਜਿਹੜਾ ਮਤਲਬ ਮਾਰਨ ਦੀ ਕੋਸ਼ਿਸ਼? ਭਾਜੀ ਸਰਕਾਰ ਰਲ ਮਿਲ ਕੇ ਬੇੜਾ ਗਰਕ ਕਰ ਰਹੀ ਆ। ਇਹਨਾਂ ਨੂੰ ਆਪ ਨੂੰ ਕਰੋਨਾ ਕਿਉਂ ਨਹੀਂ ਹੁੰਦਾ? ਪਹਿਲਾਂ ਇਹਨਾਂ ਨੇ ਕਿਸਾਨ ਟੰਗ ਤੇ ਆ, ਉਹ 3, 4, 5 ਮਹੀਨਿਆਂ ਤੋਂ ਦਿੱਲੀ ਬੈਠੇ ਰੋਣ ਡੇ ਆ, ਸਰਕਾਰ ਕੋਈ ਵੀ ਧਿਆਨ ਨਹੀਂ ਦੇਣ ਦੀ। ਹੁਣ ਇਹਨਾਂ ਦਾ ਧਿਆਨ ਟੈਕਸੀ ਵਾਲਿਆਂ ਵੱਲ ਹੋ ਗਿਆ ਵਾ। ਜਦੋਂ ਅਸੀਂ ਸਾਡੀ ਯੂਨੀਅਨ ਵੱਲੋਂ ਆਵਾਜ਼ ਚੁੱਕਣ ਦੀ, ਪੰਜਾਬ ਸਰਕਾਰ ਦੇ ਖਿਲਾਫ ਹੀ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ, ਫਿਰ ਕੈਪਟਨ ਸਾਹਿਬ ਨੇ ਕਿਹਾ ਵੀ ਨਹੀਂ ਇਹ ਗਲਤ ਕਹਿ ਰਹੇ ਆ, ਅਸੀਂ ਤੇ ਕੋਈ ਵੀ ਟੈਕਸ ਲਾਏ ਨਹੀਂ ਆ। ਜੇ ਲਾਏ ਨਹੀਂ ਆ ਤੇ ਵਿਧਾਨ ਸਭਾ 'ਚ ਬਿੱਲ ਕਿੱਦਾਂ ਪਾਸ ਕਰਤਾ ਇਹਨਾਂ ਨੇ? ਉਹਦੇ ਵਿੱਚ ਇਹਨਾਂ ਨੇ ਇਹ ਕਿਹਾ ਵਾ ਵੀ ਜੇ ਆਪਣਾ ਟਰਾਂਸਪੋਰਟ ਵਿਭਾਗ ਚਾਹੂਗਾ 650 ਦੀ ਬਜਾਏ 10,000 ਰੁਪਈਆ ਵੀ ਲੈ ਸਕਦਾ, ਜੋ ਸਰਾਸਰ ਗਲਤ ਆ। ਫਿਰ ਨੰਬਰ 2, ਭਾਵੇਂ ਕੋਈ ਆਟੋ ਆ ਭਾਵੇਂ ਘਰੇਲੂ ਗੱਡੀ ਆ, ਉਹਦੇ ਉੱਪਰ ਵੀ ਜਿਹੜੀਆਂ ਆਰਸੀਆਂ ਬਣਦੀਆਂ 3-4 ਗੁਣਾ ਇਕੱਠੀ ਫੀਸ ਵਧਾਤੀ ਆ। ਇਹਦੇ ਸੰਬੰਧੀ ਕੋਈ ਉੱਚ ਅਧਿਕਾਰੀਆਂ ਨੂੰ ਪੱਤਰ ਦਿੱਤਾ ਜਾਂ ਕੰਪਲੇਂਟ ਕੀਤੀ ਹੈ? ਭਾਜੀ ਸਾਰਿਆਂ ਨੂੰ ਕੰਪਲੇਂਟ ਕੀਤੀ ਆ, ਪਲੱਸ ਆਹ ਦੇਖੋ ਜੀ ਜਿਹੜਾ ਅਸੀਂ ਹੁਣ DC ਦਫ਼ਤਰ ਮੰਗ ਪੱਤਰ ਦੇ ਕੇ ਆਵਾਂਗੇ, ਜਿਹੜਾ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਤੱਕ ਪਹੁੰਚਾਇਆ ਜਾਊਗਾ ਜੀ। ਤਾਂ ਹੁਣ ਅੱਗੋਂ ਮੰਗ ਕੀ ਹੈ ਮੇਨ ਤੁਹਾਡੀ? ਹੁਣ ਮੰਗ ਸਾਡੀ ਇਹੋ ਹੀ ਆ ਵੀ ਇਹਨਾਂ ਦੇ ਵਿੱਚ ਸੋਧ ਹੋਣੀ ਚਾਹੀਦੀ ਆ। ਜਿਹੜਾ ਪੰਜਾਬ ਸਰਕਾਰ ਨੇ ਕਾਨੂੰਨ ਪਾਸ ਕੀਤਾ ਉਹ 'ਚ ਵੀ ਸੋਧ ਹੋਣੀ ਚਾਹੀਦੀ ਆ, ਤੇ ਜਿਹੜਾ ਸੈਂਟਰ ਨੇ ਕੀਤਾ ਉਹ 'ਚ ਵੀ ਸੋਧ ਹੋਣੀ। ਉਹਦੇ ਵਿੱਚ ਸਾਡੀ ਮੁੱਖ ਮੰਗ ਇਹ ਆ ਵੀ ਜਿਹੜਾ ਟੈਕਸ ਆ ਉਹ ਪਰ ਸ਼ੀਟ ਦੇ ਹਿਸਾਬ ਨਾਲ ਲੱਗਣਾ ਚਾਹੀਦਾ, ਨਾ ਕਿ ਲੰਮ-ਛੰਮ। ਤੇ ਉਹਨੂੰ ਕਿਸੇ ਕੋਲ 4 4 ਸੀਟਰ ਗੱਡੀ ਆ, ਕਿਸੇ ਕੋਲ 9 ਸੀਟਰ ਆ। ਇਹ ਥੋੜ੍ਹੀ ਆ ਵੀ 3 ਕੈਟਾਗਰੀਆਂ ਬਣਾਤੀਆਂ ਤੇ ਸਾਰਿਆਂ ਨੂੰ ਜੋ ਮਰਜ਼ੀ ਟੈਕਸ ਥੋਪ ਦਿਓ। ਇਹ ਕਿਸੇ ਤਰੀਕੇ ਦਾ ਨਿਆਂ ਨਹੀਂ ਆ। ਪਹਿਲਾਂ ਅਸੀਂ ਬਹੁਤ ਦੇਰ ਬਰਦਾਸ਼ਤ ਕੀਤੀਆਂ ਨੇ ਸਰਕਾਰ ਦੀਆਂ ਧੱਕੇਸ਼ਾਹੀਆਂ। ਅੱਜ ਪੂਰਾ ਭਾਰਤ, ਪੂਰੀਆਂ ਟੈਕਸੀ ਯੂਨੀਅਨਾਂ ਇੱਕ ਹੋ ਚੁੱਕੀਆਂ ਵਾ। ਜੇ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਾ ਕੀਤੀ ਤੇ ਕਿਸਾਨਾਂ ਵਾਂਗੂ ਅਸੀਂ ਵੀ ਚੰਡੀਗੜ੍ਹ ਜਾਂ ਦਿੱਲੀ ਘੇਰਾਂਗੇ। ਕਦੋਂ ਤੱਕ ਦਾ ਸਰਕਾਰ ਨੂੰ ਟਾਈਮ ਦੋਗੇ ਤੇ ਕਦੋਂ ਆਪਣਾ ਅੰਦੋਲਨ ਸ਼ੁਰੂ ਕਰੋਗੇ? ਇਹ ਸਾਡੇ ਜਿਹੜੇ ਸੀਨੀਅਰ ਆਗੂ ਆ ਜੀ, ਉਹ ਅਗਲੀ ਮੀਟਿੰਗ ਦੇ ਵਿੱਚ ਤੈਅ ਕਰਨਗੇ। ਕੀ ਮੁੱਖ ਮੰਗਾਂ ਕੀ ਨੇ? ਦੇਖੋ ਜੀ, ਅਸੀਂ ਸਾਡੀਆਂ ਅੱਜ ਦੀਆਂ ਨਹੀਂ, ਬੜੇ ਟਾਈਮ ਤੋਂ ਮੰਗਾਂ ਚੱਲਦੀਆਂ ਪਈਆਂ ਨੇ, ਲੇਕਿਨ ਸਰਕਾਰ ਬਿਲਕੁਲ ਸੁੱਤੀ ਹੋਈ ਆ। ਸਾਡਾ ਮਤਲਬ ਕਿ ਹਰ ਮਹੀਨੇ ਪਿੱਛੋਂ ਟੈਕਸ ਫੁੱਲ ਤੋਂ ਫੁੱਲ ਵਧਾਈ ਜਾ ਰਹੇ ਆ, ਜੋ ਕਿ ਅਸੀਂ ਬਹੁਤ ਇਸ ਚੀਜ਼ ਤੋਂ ਪਰੇਸ਼ਾਨ ਹੋਏ ਪਏ ਆ ਕਿ ਜਿਹੜਾ ਸਾਡਾ ਟੈਕਸ ਜਿਹੜਾ ਵਾ, ਅਸੀਂ ਜਦੋਂ ਵੀ ਮੰਗ ਪੱਤਰ ਕੋਈ ਭੇਜਦੇ ਆ ਸਾਨੂੰ ਉਹਦਾ ਕੋਈ ਵੀ ਰਿਸਪੌਂਸ ਨਹੀਂ ਮਿਲਦਾ, ਕੋਈ ਵੀ ਜਵਾਬ ਨਹੀਂ ਮਿਲਦਾ ਕਿ ਅਸੀਂ ਉਹਨਾਂ ਨੂੰ ਕਹਿੰਦੇ ਕਿ ਸਾਡੇ ਟੈਕਸ ਘੱਟ ਕੀਤੇ ਜਾਣ, ਲੇਕਿਨ ਆਉਂਦੇ ਦਿਨ ਸਾਡਾ ਟੈਕਸ ਵਧਾਇਆ ਜਾਂਦਾ ਵਾ। ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿੰਨੀਆਂ ਯੂਨੀਅਨਾਂ ਵੱਲੋਂ ਰਲ ਕੇ ਕੀਤਾ ਜਾ ਰਿਹਾ? ਇਹ ਜੀ ਆਲ ਪੰਜਾਬ ਦੀਆਂ ਜਿੰਨੀਆਂ ਸਾਡੀਆਂ ਯੂਨੀਅਨ ਨੇ, ਹੈਲਪਲਾਈਨ ਨੰਬਰ ਚੱਲਦੇ ਨੇ ਜਿੰਨੇ ਵੀ, ਸਾਰੇ ਹੀ ਸਾਡੇ ਸਮਰਥਨ ਦੇ ਵਿੱਚ, ਇੱਥੋਂ ਤੱਕ ਕਿ ਕਿਸਾਨ ਵੀਰ ਵੀ ਸਾਡੇ ਸਮਰਥਨ ਦੇ ਵਿੱਚ ਖੜੇ ਹੋਏ ਨੇ ਇਸ ਵੇਲੇ। ਅਗਰ ਤੁਹਾਡੀਆਂ
ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਬਿੱਲਾਂ 'ਚ ਸੋਧ ਨਹੀਂ ਹੁੰਦਾ, ਤਾਂ ਕੀ ਆਉਣ ਵਾਲੇ ਦਿਨਾਂ 'ਚ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ? ਇਹ ਜੀ ਸਾਡੀ ਇਸ ਤੋਂ ਅਗਲੀ ਰਾਜਨੀਤੀ ਜਿਹੜੀ ਰਣਨੀਤੀ ਸਾਡੀ ਅਗਲੀ ਹੋਏਗੀ, ਉਹ ਅਸੀਂ ਨਵਾਂ ਡਿਸੀਜਨ ਲਵਾਂਗੇ ਔਰ ਇਦਾਂ ਦਾ ਨਹੀਂ ਲਵਾਂਗੇ, ਇਸ ਤੋਂ ਵੀ ਬਹੁਤ ਵੱਡੇ ਲੈਵਲ ਦਾ ਲਵਾਂਗੇ, ਜੋ ਕਿ ਫਿਰ ਮੋਦੀ ਸਰਕਾਰ ਨੂੰ ਜਾਂ ਸਾਡੀ ਪੰਜਾਬ ਸਰਕਾਰ ਨੂੰ, ਜਿਹਨੂੰ ਕਹਿੰਦੇ ਆ ਕਿ ਕੰਨਾਂ 'ਚ ਰੂੰ ਲੈ ਕੇ ਇਸ ਵੇਲੇ ਸੁੱਤੀ ਹੋਈ ਆ, ਜਿਹਨੂੰ ਕੋਈ ਵੀ ਪਤਾ ਨਹੀਂਗਾ, ਉਹਨਾਂ ਦੇ ਕੰਨਾਂ ਦੇ ਚੱਪੇ ਕੱਢਾਂਗੇ। ਇਸ ਸੰਬੰਧੀ ਤੁਹਾਡੀ ਕੋਈ ਉੱਚ ਅਧਿਕਾਰੀਆਂ ਨਾਲ ਮੀਟਿੰਗ ਵਗੈਰਾ ਹੋਈ ਹੈ ਜਾਂ ਮੀਟਿੰਗ ਦਾ ਕੋਈ ਸਮਾਂ ਤੈਅ ਹੋਇਆ ਜੀ? ਤਕਰੀਬਨ ਹੀ ਮੀਟਿੰਗ NHPC ਆਫਿਸ ਚੰਡੀਗੜ੍ਹ ਸਾਡੀ ਮੀਟਿੰਗ ਚੱਲਦੀ ਰਹਿੰਦੀ ਆ, ਮਹੀਨੇ ਪਿੱਛੋਂ ਅਸੀਂ ਉੱਥੇ ਮਿਲਦੇ ਆ, ਸਾਡੀ ਗੱਲਬਾਤ ਹੁੰਦੀ ਆ, ਲੇਕਿਨ ਉਹਦੇ ਬਾਵਜੂਦ ਇੱਕ ਲੋਲੀਪੌਪ ਦੇ ਕੇ ਸਾਨੂੰ ਤੋੜ ਦਿੰਦੇ ਆ ਕਿ ਭਾਜੀ ਕੋਈ ਗੱਲ ਨਹੀਂ, ਤੁਹਾਡਾ ਮਹੀਨੇ 'ਚ 2 ਮਹੀਨਿਆਂ 'ਚ ਇਹ ਚੀਜ਼ ਦਾ ਕੰਮ ਫਾਈਨਲ ਹੋ ਜਾਏਗਾ। ਕਿ ਜੋ ਕਿ ਸਾਡੀਆਂ ਆਲ ਕਮਰਸ਼ੀਅਲ ਗੱਡੀਆਂ, ਜੈਲੋ ਪਲੇਟ ਗੱਡੀਆਂ ਨੇ, ਹੱਦ ਤੋਂ ਜ਼ਿਆਦਾ ਅੱਗੇ ਅਸੀਂ ਟੈਕਸ ਭਰਦੇ ਪਏ ਆ, ਤੇ ਉਹਦੇ ਨਾਲ ਹੁਣ 26,000 ਰੁਪਇਆ ਜਿਹੜਾ ਵਾ 4 ਸੀਟਰ ਤੋਂ ਲੈ ਕੇ ਜਿਹੜਾ 9 ਸੀਟਰ ਤੱਕ ਲਾ ਦਿੱਤਾ ਹੋਇਆ ਵਾ, ਉਹ ਵੀ ਬਹੁਤ ਜ਼ਿਆਦਾ। ਅੱਜ ਕਿੰਨੀ ਦੇਰ ਦਾ ਪ੍ਰਦਰਸ਼ਨ ਕੀਤਾ ਜਾਏਗਾ? ਇਹ ਜੀ ਸਾਡਾ ਵੱਧ ਤੋਂ ਵੱਧ ਟਾਈਮ ਅਸੀਂ ਇੱਥੇ ਦੇਵਾਂਗੇ, ਜੋ ਕਿ ਪਤਾ ਲੱਗ ਸਕੇ ਸਰਕਾਰ ਨੂੰ ਕਿ ਸਾਨੂੰ ਵੀ ਕੋਈ ਤਕਲੀਫ ਹੈਗੀ ਆ, ਸਾਡੇ ਘਰ ਵੀ ਬੱਚੇ ਹੈਗੇ ਨੇ, ਸਾਨੂੰ ਵੀ ਕੋਈ ਪਰੇਸ਼ਾਨੀਆਂ ਹੈਗੀਆਂ ਨੇ ਜਿਹਦਾ ਸਾਨੂੰ ਸਾਹਮਣਾ ਕਰਨਾ ਪੈਂਦਾ। ਜਦੋਂ ਅਸੀਂ ਗੱਡੀ ਲੈ ਕੇ ਆਪਣੇ ਘਰ ਤੋਂ ਚੱਲਦੇ ਆ ਤੇ ਸਾਨੂੰ ਟੈਕਸ ਪੈਣਾ ਚਾਲੂ ਹੋ ਜਾਂਦਾ, ਉਹਦੇ ਨਾਲ ਸਾਨੂੰ ਰੋਡ ਦੇ ਉੱਤੇ ਪੰਜਾਬ ਪੁਲਿਸ ਵੱਲੋਂ ਪਰੇਸ਼ਾਨ ਕੀਤਾ ਜਾਂਦਾ ਵਾ, ਟ੍ਰੈਫਿਕ ਪੁਲਿਸ ਵੱਲੋਂ ਪਰੇਸ਼ਾਨ ਕੀਤਾ ਜਾਂਦਾ ਵਾ, ਸਰਕਾਰਾਂ ਵੱਲੋਂ ਸਾਡੇ ਨਾਲ ਸਭ ਤੋਂ ਜ਼ਿਆਦਾ ਧੱਕਾ ਕੀਤਾ ਜਾਂਦਾ, ਜਦ ਕਿ ਸਭ ਤੋਂ ਜ਼ਿਆਦਾ ਸਾਡਾ ਯੋਗਦਾਨ ਟੈਕਸ ਦੇ ਵਿੱਚ ਟੈਕਸੀ ਦਾ ਵਾ, ਟੈਕਸੀ ਕਿੱਤੇ ਦਾ ਵਾ। ਇੱਕ ਟੈਕਸੀ ਕਿੱਤਾ ਮੇਨ ਰੀੜ ਦੀ ਹੱਡੀ ਆ, ਔਰ ਇਹਨੂੰ ਵੀ ਅਸੀਂ ਸਰਕਾਰ ਗੜੀ ਅਪੀਲ ਕਰਦੇ ਆ, ਇਹਨੂੰ ਤੋੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਇਹ ਨਾ ਹੋਵੇ ਕਿ ਸਾਨੂੰ ਹੱਦ ਤੋਂ ਵੀ ਜ਼ਿਆਦਾ ਕੋਈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਜਿਸ ਨਹਿਰ ਤੋਂ ਜਲ ਜਾਂਦਾ ਹੈ ਅਤੇ ਜਿਸ ਹੰਸਨੀ ਰਾਹੀਂ ਜਲ ਜਾਂਦਾ ਹੈ, ਉਸ ਹੰਸਨੀ ਦੀ ਕਾਰ ਸੇਵਾ 31 ਮਾਰਚ ਨੂੰ ਮਹਾਪੁਰਸ਼ ਬਾਬਾ ਅਮਰੀਕ ਸਿੰਘ ਵੱਲੋਂ ਕਰਵਾਈ ਜਾਵੇਗੀ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਜਿਸ ਨਹਿਰ ਤੋਂ ਜਲ ਜਾਂਦਾ ਹੈ ਅਤੇ ਜਿਸ ਹੰਸਨੀ ਰਾਹੀਂ ਜਲ ਜਾਂਦਾ ਹੈ, ਉਸ ਹੰਸਨੀ ਦੀ ਕਾਰ ਸੇਵਾ 31 ਮਾਰਚ ਨੂੰ ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਅਮਰੀਕ ਸਿੰਘ ਵੱਲੋਂ ਕਰਵਾਈ ਜਾਵੇਗੀ। ਇਸ ਸੰਬੰਧੀ ਗੱਲਬਾਤ ਕਰਦਿਆਂ ਬਾਬਾ ਜੀ ਨੇ ਦੱਸਿਆ ਕਿ ਜੋ ਅੰਮ੍ਰਿਤਸਰ ਤਾਰਾਂ ਵਾਲਾ ਪੁਲ ਹੈ, ਇੱਥੋਂ ਜਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਅੰਮ੍ਰਿਤਸਰ ਵਿੱਚ 4 ਹੋਰ ਗੁਰਦੁਆਰਿਆਂ ਦੇ ਸਰੋਵਰ ਵਿੱਚ ਜਾਂਦਾ ਹੈ। ਨਹਿਰ 'ਚ ਗੰਦਗੀ ਹੋਣ ਕਰਕੇ ਹੁਣ ਉਸ ਹੰਸਨੀ ਦੀ ਸਾਫ਼ ਸਫਾਈ 31 ਮਾਰਚ ਨੂੰ ਕਰਵਾਈ ਜਾਵੇਗੀ। ਇਸ ਮੌਕੇ ਜਾਣਕਾਰੀ ਦਿੰਦਿਆਂ ਹੋਰ ਉਹਨਾਂ ਕੀ ਕਿਹਾ, ਆਓ ਜਾਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਪਿਆਰਿਓ, ਇਹ ਆਪ ਜੀ ਨੂੰ ਜਾਣਕਾਰੀ ਖੁਸ਼ੀ ਹੋਵੇਗੀ ਕਿ ਜੋ ਆਪ ਜੀ ਇਸ ਟਾਈਮ ਨਹਿਰੀ ਸਿੱਖਾਂ ਵਾਲੀ ਨਹਿਰ ਦੇ ਕੰਢੇ ਦੇ ਉੱਤੇ ਜੋ ਸ੍ਰੀ ਹਰਿਮੰਦਰ ਸਾਹਿਬ ਨੂੰ ਜਲ ਜਾਂਦਾ ਹੈ, ਇਸੇ ਬਿਲਡਿੰਗ ਨੂੰ ਆਪਣੇ ਸ੍ਰੀ ਹਰਿਮੰਦਰ ਸਾਹਿਬ ਜੀ 5 ਸਰੋਵਰਾਂ ਨੂੰ ਜੋ ਜਲ ਜਾਂਦਾ ਹੈ, ਇਹਨੂੰ ਹੌਦ ਕਹਿੰਦੇ ਨੇ ਜੀ। ਇਸ ਦੀ ਲੰਬਾਈ ਅੰਦਾਜ਼ਾ 185 ਫੁੱਟ ਚੌੜੀ ਔਰ 55 ਫੁੱਟ ਲੰਬੀ ਇਸ ਦੀ ਲੰਬਾਈ ਚੜਾਈ ਹੈ ਜੀ। ਔਰ ਜਦੋਂ ਨਹਿਰ ਦੇ ਵਿੱਚ ਪਾਣੀ ਆਉਂਦਾ ਹੈ, ਨਹਿਰ ਦੇ ਵਿੱਚੋਂ ਪਹਿਲਾਂ ਇਸ ਹੌਦ ਦੇ ਵਿੱਚ ਆਉਂਦਾ ਜੀ। ਇਸ ਹੌਦ ਦੇ ਵਿੱਚ ਦੇਸੀ ਤਰੀਕੇ ਨਾਲ ਜਾਲੀਆਂ ਲੱਗੀਆਂ ਹੋਈਆਂ ਨੇ, ਜਿਹਦੇ ਵਿੱਚ ਦੀ ਜਲ ਪਹਿਲਾਂ ਜੋ ਇਹਦੇ ਵਿੱਚ ਡਸਟ ਵਗੈਰਾ ਹੁੰਦੀ ਹੈ ਉਹ ਇਸ ਦੇ ਵਿੱਚ ਜਮ੍ਹਾਂ ਹੋ ਜਾਂਦੀ ਹੈ ਜੀ। ਇਸ ਦੇ ਵਿੱਚੋਂ ਫਿਰ ਜਲ ਜਦੋਂ ਭਰ ਜਾਂਦਾ ਹੈ, ਜਿਵੇਂ ਕਿ ਪਾਣੀ ਪਿੱਛੋਂ ਨਹਿਰ ਦਾ ਸਪੀਡ ਦੇ ਵਿੱਚ ਆਉਂਦਾ ਜੀ। ਇਸ ਹੌਦ ਦੇ ਵਿੱਚ ਬਿਲਕੁਲ ਇੱਕ ਵਾਰ 0 ਲਾਈਨ ਦੇ ਉੱਤੇ ਆ ਕੇ ਪਾਣੀ ਖਲੋ ਕੇ ਫਿਰ ਇੱਥੋਂ 5 ਸਰੋਵਰਾਂ ਦੀ ਜੋ ਹੰਸਲੀ ਹੈ ਉਹਦੇ ਵਿੱਚ ਦੀ ਹੁੰਦਾ ਹੋਇਆ ਜਿਹੜਾ ਘਿਓ ਮੰਡੀ ਦੇ ਉੱਤੇ ਹੌਦ ਹੈ, ਉਸ ਦੇ ਵਿੱਚੋਂ 3 ਥਾਂ 'ਤੇ ਡਿਵਲਟ ਹੋ ਜਾਂਦਾ ਹੈ। ਇੱਕ ਪਾਸੇ ਰਾਮਸਰ ਸਾਹਿਬ, ਵਿਵੇਕਸਰ ਸਾਹਿਬ ਜੀ, ਔਰ ਦੂਜੇ ਪਾਸੇ ਸੰਤੋਖਸਰ ਸਾਹਿਬ, ਔਰ ਤੀਜੇ ਪਾਸੇ ਸ੍ਰੀ ਸੱਚਖੰਡ ਹਰਿਮੰਦਰ ਸਾਹਿਬ ਅਤੇ ਕੌਲਸਰ ਸਾਹਿਬ ਨੂੰ ਇੱਥੋਂ ਹੀ ਜਲ ਜਾਂਦਾ ਜੀ। ਕਿਉਂਕਿ ਇਹ ਜਿਹੜਾ ਸਥਾਨ ਹੈ 5 ਸਰੋਵਰਾਂ ਜਲ ਹੋਣ ਦਾ ਜਾਣ ਕਰਕੇ ਇਹ ਬੜਾ ਪਵਿੱਤਰ, ਬੜੀ ਆਸਥਾ ਦਾ ਕੇਂਦਰ ਹੈ। ਕਿਉਂ ਇਹਦੇ ਬਾਰੇ ਸਾਰੀ ਸੰਗਤ ਨੂੰ ਜਾਂ ਆਮ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਕਿ ਕਿੰਨਾ ਇਹ ਮਹਾਨਤਾ ਵਾਲਾ ਸਥਾਨ ਹੈ। ਇਸ ਦੇ ਉੱਤੋਂ ਇੱਥੇ ਬਹੁਤ ਸਮਾਂ ਪਹਿਲਾਂ ਇਹਦੀ ਸੇਵਾ ਹੋਈ ਸੀ। ਅੰਦਾਜ਼ਾ ਇਹ ਹੌਦਵਾਲ ਜਿਹੜਾ ਹੈਗਾ 1983 ਵਿੱਚ ਬਣਿਆ ਸੀ। ਜੋ 1984 'ਚ ਜਲ ਗਿਆ ਸੀ ਉਹ ਇਸੇ ਹੌਦ ਵਿੱਚੋਂ ਦੀ, ਇਸੇ ਹੰਸਲੀ ਵਿੱਚ ਦੀ ਗਿਆ ਸੀ। ਹੌਦ ਇਹ ਪੁਰਾਣਾ ਹੀ ਹੈ। ਜਿਹੜੀ ਹੰਸਲੀ ਹੈ 1990 ਤੋਂ ਲੈ ਕੇ ਇਹ ਹੁਣ ਤੱਕ ਸਾਰੀ ਦੁਬਾਰਾ ਨਵੀਂ ਬਣ ਚੁੱਕੀ ਹੈ ਜੀ। ਇਹ ਹੁਣ ਨਵੀਂ ਬਣਨ ਤੋਂ ਬਾਅਦ ਇਸ ਦੇ ਸਵੱਛ ਪਾਣੀ ਔਰ ਬਿਲਕੁਲ ਤਰੀਕੇ ਦੇ ਨਾਲ ਜਾਂਦਾ ਹੈ। ਉਸ ਤੋਂ ਬਾਅਦ ਸੰਨ 2004 ਦੇ ਵਿੱਚ ਜਦੋਂ 25 ਮਾਰਚ ਨੂੰ ਸਰੋਵਰ ਦੀ ਕਾਰ ਸੇਵਾ ਹੋਈ ਹੈ ਔਰ ਜੋ ਉੱਥੇ ਫਿਲਟਰ ਪਲਾਂਟ ਲਗਾਇਆ ਗਿਆ, ਸ਼ੁਰੂਆਤ ਵਿੱਚ ਪਹਿਲਾਂ ਅਮਰੀਕਾ ਤੋਂ ਲਿਆ ਕੇ ਲਾਇਆ ਸੀ। ਉਸ ਤੋਂ ਬਾਅਦ ਅਸੀਂ ਇੰਡੀਆ ਤੋਂ ਵੀ
ਪ੍ਰੀਜ਼ਰਵ ਕੀਤਾ ਗਿਆ ਹੈ। ਉਹ ਜਿਹੜਾ ਉੱਥੋਂ ਜਲ ਜਾਂਦਾ ਹੈ ਉਹ ਫਿਲਟਰ ਪਲਾਂਟ ਵਿੱਚ ਦੀ ਹੋ ਕੇ ਹਰਿਮੰਦਰ ਸਾਹਿਬ ਸਾਫ ਸੁਥਰਾ ਜਲ ਜਾਂਦਾ ਹੈ ਜੀ। ਕਿਉਂਕਿ ਇਹ ਬੜਾ ਲੰਬਾ ਕੰਮ ਹੈ ਜੀ, ਇਹਦੇ ਬਾਰੇ ਬੜੀ ਲੰਬੀ ਸੇਵਾ ਇਸ ਦੀ ਜਲ ਨੂੰ ਸਾਫ਼ ਕਰਨ ਵਾਸਤੇ। ਸੋ ਹੁਣ ਇਸ ਹੌਦ ਦੇ ਵਿੱਚ ਅਸੀਂ ਜਦੋਂ ਹੁਣ ਪਾਣੀ ਸਾਫ਼ ਕੱਢਿਆ ਵਿੱਚੋਂ ਬਹੁਤ ਗਾਰ ਜੰਮ ਚੁੱਕੀ ਹੈ। ਕਿਸੇ ਜਗ੍ਹਾ ਤੋਂ 3-3 ਫੁੱਟ ਹੈ ਔਰ ਕਿਸੇ ਜਗ੍ਹਾ ਤੋਂ 2 ਫੁੱਟ ਵੀ ਹੈ ਔਰ ਥੱਲੇ ਹੋਰ ਵੀ ਜੀਵ ਜੰਤੂ ਵੀ ਪੈਦਾ ਹੋ ਗਏ ਨੇ। ਇਹਨੂੰ ਸਾਫ਼ ਕਰਨ ਵਾਸਤੇ ਅਸੀਂ ਇਹਦੀ ਅੰਦਾਜ਼ਾ 31 ਤਰੀਕ ਨੂੰ ਇਹਦੀ ਕਾਰ ਸੇਵਾ ਕਰਨ ਜਾ ਰਹੇ ਹਾਂ। 31 ਤਰੀਕ ਦੇ ਬਾਅਦ ਸੰਗਤ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਸੰਗਤ ਇੱਥੇ ਸੇਵਾ ਦੇ ਵਿੱਚ ਸਹਿਯੋਗ ਦੇਵੇ। ਉਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੀ ਔਰ ਸੰਤ ਬਾਬਾ ਅਵਤਾਰ ਸਿੰਘ ਜੀ ਧੂਲਕੋਟ ਵਾਲੇ, ਨਾਨਕਸਰ ਵਾਲੇ, ਹੋਰ ਸਾਰੇ ਜਿਹੜੇ ਸਾਡੇ ਕਾਰ ਸੇਵਾ ਵਾਲੇ ਮਹਾਂਪੁਰਖ ਨੇ, ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਹੋਰ ਵੀ ਕਾਫੀ ਮਹਾਂਪੁਰਖ ਇੱਥੇ ਸੰਗਤਾਂ ਸਮੇਤ ਇੱਥੇ ਦਰਸ਼ਨ ਦੇ ਰਹੇ ਨੇ ਜੀ। ਸੋ ਇਹਦੀ ਜੋ ਕਾਰ ਸੇਵਾ ਹੋਵੇਗੀ 31 ਤਰੀਕ ਤੋਂ ਸਾਡੇ 2-3 ਦਿਨਾਂ ਵਿੱਚ ਇਹਦੀ ਕਾਰ ਸੇਵਾ ਹੋ ਜਾਵੇਗੀ। ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ ਦੇ ਨਾਲ ਦੀ ਟੀਵੀ NRI। ਭਾਰਤ ਵਿੱਚ ਕਰੋਨਾ ਇੱਕ ਵਾਰ ਫਿਰ ਤੋਂ ਬੇਕਾਬੂ ਹੁੰਦਾ ਹੋਇਆ ਜਾਪ ਰਿਹਾ ਹੈ। ਕਰੋਨਾ ਦਾ ਗ੍ਰਾਫ ਹਰ ਦਿਨ ਨਵੇਂ ਰਿਕਾਰਡ ਬਣਾ ਰਿਹਾ ਹੈ। ਮਹਾਰਾਸ਼ਟਰ ਵਿੱਚ ਕਰੋਨਾ ਦੀ ਸਥਿਤੀ ਹੋਰ ਵੀ ਚਿੰਤਾਜਨਕ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਕਰੋਨਾ ਦੇ 30,000 ਤੋਂ ਵੱਧ ਮਾਮਲੇ ਸਾਹਮਣੇ ਆਏ ਨੇ। ਭਾਰਤ ਵਿੱਚ ਕਰੋਨਾ ਇੱਕ ਵਾਰ ਫਿਰ ਤੋਂ ਬੇਕਾਬੂ ਹੁੰਦਾ ਜਾਪ ਰਿਹਾ ਹੈ। ਕਰੋਨਾ ਦਾ ਗ੍ਰਾਫ ਹਰ ਦਿਨ ਨਵੇਂ ਰਿਕਾਰਡ ਬਣਾ ਰਿਹਾ ਹੈ। ਮਹਾਰਾਸ਼ਟਰ ਵਿੱਚ ਕਰੋਨਾ ਦੀ ਸਥਿਤੀ ਹੋਰ ਵੀ ਚਿੰਤਾਜਨਕ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਕਰੋਨਾ ਦੇ 30,000 ਤੋਂ ਵੱਧ ਮਾਮਲੇ ਸਾਹਮਣੇ ਆਏ ਨੇ। ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਕਰੋਨਾ ਦੀ ਲਾਗ ਦੇ ਕੇਸਾਂ ਦੀ ਸਥਿਤੀ ਚਿੰਤਾਜਨਕ ਦਿਖਾਈ ਦਿੰਦੀ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕਰੋਨਾ ਦੇ ਨਵੇਂ ਕੇਸਾਂ ਦੀ ਆਮਦ ਤੋਂ ਬਾਅਦ ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ 1,16,64,081 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਕਰੋਨਾ ਵਾਇਰਸ ਦੇ ਲਾਗ ਦੇ 46,951 ਨਵੇਂ ਕੇਸ ਸਾਹਮਣੇ ਆਏ ਨੇ, ਜਦਕਿ 2,012 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ ਹੁਣ ਤੱਕ 1,11,52,468 ਲੋਕ ਠੀਕ ਹੋ ਚੁੱਕੇ ਨੇ, ਜਦਕਿ ਇਸ ਵੇਲੇ 3,34,646 ਸਰਗਰਮ ਮਾਮਲੇ ਨੇ। ਪਿਛਲੇ 24 ਘੰਟਿਆਂ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 1,49,967 ਹੋ ਗਈ ਹੈ। ਬਿਊਰੋ ਰਿਪੋਰਟ ਦੀ ਟੀਵੀ NRI। ਅੰਮ੍ਰਿਤਸਰ ਬਚਤ ਭਵਨ ਵਿੱਚ ਅੰਮ੍ਰਿਤਸਰ ਸਾਂਸਦ ਗੁਰਜੀਤ ਸਿੰਘ ਔਜਲਾ ਅਤੇ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਤੇ ਕਈ ਉੱਚ ਅਧਿਕਾਰੀਆਂ ਦੇ ਵਿੱਚ ਇੱਕ ਬੈਠਕ ਹੋਈ। ਬੈਠਕ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਚਾਹੇ 4 ਸਾਲਾਂ ਵਿੱਚ ਪੰਜਾਬ ਵਿੱਚ ਅਸੀਂ ਪੂਰੀ ਤਰ੍ਹਾਂ ਨਸ਼ਾ ਖਤਮ ਨਹੀਂ ਕਰ ਪਾਏ, ਲੇਕਿਨ ਨਸ਼ੇ ਦਾ ਲੱਕ ਤੋੜਨ 'ਚ ਜ਼ਰੂਰ ਸਫਲ ਹੋਏ ਹਾਂ। ਅੱਗੇ ਗੱਲਬਾਤ ਕਰਦੇ ਉਹਨਾਂ ਕੀ ਕਿਹਾ, ਆਓ ਜਾਣਦੇ ਹਾਂ। ਅੰਮ੍ਰਿਤਸਰ ਬਚਤ ਭਵਨ ਵਿੱਚ ਅੰਮ੍ਰਿਤਸਰ ਸਾਂਸਦ ਗੁਰਜੀਤ ਸਿੰਘ ਔਜਲਾ ਅਤੇ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਤੇ ਕਈ ਉੱਚ ਅਧਿਕਾਰੀਆਂ ਦੇ ਵਿੱਚ ਇੱਕ ਬੈਠਕ ਹੋਈ। ਬੈਠਕ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਚਾਹੇ 4 ਸਾਲਾਂ ਵਿੱਚ ਪੰਜਾਬ ਵਿੱਚ ਅਸੀਂ ਪੂਰੀ ਤਰ੍ਹਾਂ ਨਸ਼ਾ ਖਤਮ ਨਹੀਂ ਕਰ ਪਾਏ, ਲੇਕਿਨ ਨਸ਼ੇ ਦਾ ਲੱਕ ਤੋੜਨ 'ਚ ਜ਼ਰੂਰ ਸਫਲ ਹੋਏ ਹਾਂ। ਅੱਗੇ ਗੱਲਬਾਤ ਕਰਦੇ ਉਹਨਾਂ ਕੀ ਕਿਹਾ, ਆਓ ਜਾਣਦੇ ਹਾਂ। ਦਿਸ਼ਾ ਦੀ ਮੀਟਿੰਗ ਦੇ ਵਿੱਚ ਅੱਜ ਅਸੀਂ ਰਿਵਿਊ ਕੀਤਾ। ਡੀਸੀ ਸਾਹਿਬ ਨੇ, MLA ਸਾਹਿਬਾਨ ਸੀ, ਸਾਰੇ ਅਸੀਂ ਇਹਦੇ ਤੇ ਗੱਲਬਾਤ ਕੀਤੀ ਹੈ ਔਰ ਜਿੰਨੇ ਕੇਂਦਰ ਦੇ ਪ੍ਰੋਜੈਕਟ ਨੇ ਜਾਂ ਜਿਹੜੇ ਸਟੇਟ ਦੇ ਪ੍ਰੋਜੈਕਟ ਨੇ ਉਹਨਾਂ ਬਾਰੇ ਅਸੀਂ ਸਾਰਾ ਕੁਝ ਦੇਖਿਆ ਹੈ ਔਰ ਉਹਦੇ ਵਿੱਚ ਜਿਹੜੀਆਂ ਊਣਤਾਈਆਂ ਸੀ ਉਹ ਅਸੀਂ ਅਫਸਰ ਸਾਹਿਬਾਨ ਨੂੰ ਬੇਨਤੀ ਕੀਤੀ। ਗੁਰੂ ਨਗਰੀ ਹੈ, ਇਹ ਪਰਮਾਤਮਾ ਦਾ ਸ਼ਹਿਰ ਹੈ ਔਰ ਇੱਥੇ ਸਾਨੂੰ ਕਿਤੇ ਮੌਕਾ ਮਿਲਿਆ ਕੰਮ ਕਰਨ ਦਾ, ਪਤਾ ਨਹੀਂ ਗਾਹ ਮਿਲਣਾ ਕਿ ਨਹੀਂ ਮਿਲਣਾ, ਆਪਾਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਗੌਰ ਕਰੀਏ ਔਰ ਆਪਣੀ ਇਮਾਨਦਾਰੀ ਦੇ ਨਾਲ ਇਹਨੂੰ ਅੱਗੇ ਲਿਜਾਣ ਵਾਸਤੇ ਕੰਮ ਕਰੀਏ। ਸਮਾਰਟ ਸਿਟੀ ਪ੍ਰੋਜੈਕਟ ਹੋਵੇ, ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਹੋਣ, ਹਸਪੀਟਲਸ ਹੋਣ, ਸਕੂਲ ਹੋਣ, ਪੰਚਾਇਤਾਂ ਦਾ ਕੰਮ ਹੋਵੇ, ਮਤਲਬ ਕੋਈ ਵੀ ਜਿਹੜਾ ਖਿੱਤਾ ਹੈ ਅਸੀਂ ਹਰ ਬੰਦੇ ਨੂੰ, ਬਿਜਲੀ ਦੀਆਂ ਮੁਸ਼ਕਲਾਂ ਨੇ ਹਰ ਨੂੰ ਰਿਵਿਊ ਕੀਤਾ ਔਰ ਉਹਦੇ 'ਚ ਜਿਹੜੇ ਨਵੇਂ ਪ੍ਰੋਜੈਕਟ ਆ ਰਹੇ ਨੇ ਉਹਨਾਂ ਦੇ ਵਿੱਚ ਇੱਕ ਕੋਆਰਡੀਨੇਸ਼ਨ ਕਮੇਟੀ ਜਿਹੜੀ ਹਰ ਵਾਰੀ ਅਸੀਂ ਆਉਂਦੇ ਹਾਂ ਕਿ ਉਹ ਬਣਾਈ ਜਾਵੇ, ਉਹ ਡੀ ਸਾਹਿਬ ਨੇ ਬਣਾਈ ਆ ਕਿ ਉਹ ਜਿਹੜੀ ਕੋਈ ਡਿਪਾਰਟਮੈਂਟਾਂ ਦੀਆਂ ਮੁਸ਼ਕਲਾਂ ਨੇ ਉਹਦੇ ਕਰਕੇ ਕਈ ਵਾਰੀ ਬੜੇ ਕੰਮ ਰੁਕੇ ਰਹਿੰਦੇ ਨੇ, ਉਹ ਮੁਸ਼ਕਲਾਂ ਹੱਲ ਕਰਨ ਵਾਸਤੇ ਕੋਆਰਡੀਨੇਸ਼ਨ ਕਮੇਟੀ ਜਿਹੜੀ ਬੜੇ ਚਿਰ ਦੀ ਅਸੀਂ ਹਰ ਮੀਟਿੰਗ 'ਚ ਗੱਲ ਕਰਕੇ ਜਾਂਦੇ ਪਰ ਉਹ ਡੀ ਸਾਹਿਬ ਨੇ ਉਹ ਕਮੇਟੀ ਜਿਹੜੀ ਆ ਬਣਾ ਕੇ ਆਪ ਹੀ ਉਹਨੂੰ ਹੈਡ ਕਰਦੇ ਨੇ ਔਰ ਸਮੇਂ-ਸਮੇਂ ਤੇ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਿੰਡਾਂ ਦੇ ਵਿੱਚ ਅੱਜ ਵੀ ਕਹਿੰਦੇ ਆ ਪੰਜਾਬ ਜਿਹੜਾ ਪਿੰਡਾਂ 'ਚ ਵਸਦਾ, ਲੇਕਿਨ ਡਿਵੈਲਪਮੈਂਟ ਉੱਥੇ ਹਜੇ ਵੀ ਡਿਵੈਲਪਮੈਂਟ, ਗਲੀਆਂ ਨਾਲੀਆਂ, ਪਾਣੀ, ਇਹ ਸਮੱਸਿਆ ਹੈਗੀ ਆ। ਹਰ ਵਾਰੀ ਇਹ ਹੁੰਦਾ, ਹਰ ਸਾਲ ਮਿੱਟੀ ਪੈਂਦੀ ਗਲੀਆਂ 'ਚ, ਉਹ ਮਿੱਟੀ ਹਰ ਸਾਲ ਹੀ ਪੈਂਦੀ ਹੈ। ਬਿਲਕੁਲ, ਉੱਥੇ ਪੱਕਾ ਕਿਉਂ ਨਹੀਂ ਕੀਤੀ ਜਾਂਦੀਆਂ ਗਲੀਆਂ? ਬਹੁਤ ਦੇਖੋ ਕਰਪਸ਼ਨ, ਬਹੁਤ ਭ੍ਰਿਸ਼ਟਾਚਾਰ ਉੱਥੇ ਵਿੱਚ ਹੈਗਾ ਆ। ਮੈਂ ਮਤਲਬ ਵਿੱਚ ਕੁਤਾਈ 'ਚ ਕੋਈ ਨਹੀਂ ਮਾਇਦਾ, ਮੈਂ ਗੱਲ ਨਹੀਂ ਜੀ, ਨਹੀਂ ਕੋਈ ਇਨਕੁਆਇਰੀ ਨਹੀਂ ਹੁੰਦੀ। ਬੜੀਆਂ ਇਨਕੁਆਇਰੀਆਂ ਲਿਖ ਦਿੱਤੀਆਂ, ਪਤਾ ਨਹੀਂ ਉਹਨਾਂ ਦਾ ਕੀ ਸਿਸਟਮ ਹੈ, ਨਹੀਂ ਹੁੰਦੀਆਂ ਇਨਕੁਆਇਰੀ, ਅੱਗੇ ਵੱਧਦੀਆਂ ਨਹੀਂ, ਪਰ ਉਹ ਵਧਾਵਾਂਗੇ ਵੀ। ਇਹ ਮਤ ਸੋਚੋ ਕਿ ਇੱਥੇ ਮੈਂ ਛੱਡਣ ਵਾਲਾ ਹਾਂ, ਛੱਡਦੇ ਨਹੀਂ, ਕਿਉਂਕਿ ਜਿੰਨਾ ਪੈਸਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਿੰਡਾਂ ਦੇ ਵੱਲ ਨੂੰ ਗਿਆ
ਉਹਨਾਂ ਧਰਤੀ ਤੇ ਦਿਖਦਾ ਹੀ ਨਹੀਂ। ਉੱਥੇ ਪੁਰਾਣੀਆਂ ਗਲੀਆਂ ਨੂੰ ਪੁੱਟ ਕੇ ਉਹਨਾਂ ਨੂੰ ਝਾੜ ਕੇ ਨਵਾਂ ਲਾ ਦਿੱਤਾ ਜਾਂਦਾ। ਪਰ ਇਸ ਸਰਕਾਰ ਦੇ ਵਿੱਚ ਤੁਸੀਂ ਹੁਣ ਜਾ ਕੇ ਪਿੰਡਾਂ ਦੇ ਵਿੱਚ ਵੇਖੋ, ਤੁਹਾਨੂੰ ਚੇਂਜ ਮਿਲੇਗਾ। ਇਸ ਸਰਕਾਰ 'ਚ ਬਹੁਤ ਵੱਡੀ ਪੱਧਰ ਤੇ ਪਿੰਡਾਂ 'ਚ ਕੰਮ ਹੋ ਰਿਹਾ। ਔਰ ਜਿਹੜੇ ਅਫਸਰ ਪੈਸਾ ਮੰਗਦੇ ਨੇ, ਅਸੀਂ ਉਹਨਾਂ ਨੂੰ ਸਪਸ਼ਟ ਤੌਰ ਤੇ ਵਾਰਨਿੰਗ ਕੀਤੀ ਹੈ ਕਿ ਤੁਸੀਂ ਕਾਨੂੰਨ ਤੋਂ ਉੱਤੇ ਨਹੀਂ ਹੈਗੇ। ਤੁਸੀਂ ਕਿਸੇ ਸਰਪੰਚ ਦਾ ਕੰਮ ਨਹੀਂ ਡੱਕ ਸਕਦੇ, ਕੋਈ ਵੀ ਸਰਪੰਚ ਬਣਿਆ ਹੋ। ਤੁਸੀਂ ਐਮਐਲਏ ਸਾਹਿਬਾਨ ਦੀ ਸਲਾਹ ਦੇ ਨਾਲ ਗੱਲ ਜਾ ਕਰ, ਕੋਈ ਦਿੱਕਤ ਹੈ ਉਹਨਾਂ ਨੂੰ ਦੱਸੋ। ਪਰ ਜੇ ਤੁਸੀਂ ਪੈਸੇ ਮੰਗੋਗੇ, ਅਸੀਂ ਕਿਤੇ ਆਈ ਤੁਹਾਨੂੰ ਬਰਦਾਸ਼ਤ ਨਹੀਂ ਕਰਾਂਗੇ। ਇਹ ਚੀਜ਼ਾਂ ਅਸੀਂ ਚੱਲਣ ਨਹੀਂ ਦੇਣੀਆਂ। ਠੀਕ ਆ, ਤੁਸੀਂ ਪਿਛਲੇ ਸਮੇਂ ਕੱਢ ਲਏ, ਉਹ ਕੱਢ ਲਏ, ਪਰ ਹੁਣ ਨਹੀਂ ਹੋਏਗਾ। ਔਰ ਮੈਨੂੰ ਇਹ ਖੁਸ਼ੀ ਹੈ ਕਿ ਜਿਹੜੇ ਮੈਕਸਿਮਮ ਪਿੰਡਾਂ ਦੇ ਵਿੱਚ ਕੰਮ ਜਿਹੜਾ ਆ ਉਹ ਮਿਆਰੀ ਪੱਧਰ ਦਾ ਹੋ ਰਿਹਾ ਔਰ ਚੰਗਾ ਹੋ ਰਿਹਾ। ਵਧਿਆ ਨੀਗਾ, ਦੇਖੋ ਵਧਿਆ ਨੀਗਾ, ਉਹਦਾ ਲੱਕ ਟੁੱਟਾ ਹੈ। ਮੈਂ ਖੁਦ ਗਰਾਊਂਡ ਤੇ ਕੰਮ ਕੀਤਾ ਸੀ। ਅਸੀਂ ਜੋ ਮਰੀਜ਼ ਨੂੰ ਪੁੱਛਦੇ ਆ ਵੀ ਤੈਨੂੰ ਕਿੱਥੋਂ ਮਿਲਦਾ ਹੈ, ਉਹ ਕਹਿੰਦਾ ਜੀ ਉਹ ਚੀਜ਼ ਨਹੀਂ ਮਿਲਦੀ, ਹੁਣ ਸਾਨੂੰ ਸਿੰਥੈਟਿਕ ਮਿਲਦਾ ਜਾਂ ਰਲਾ ਮਿਲਾ ਕੇ ਕੁਝ ਦਿੰਦੇ। ਜੇ ਉਹ ਚਿੱਟਾ ਹੁੰਦਾ, ਤੁਹਾਨੂੰ ਯਾਦ ਹੋਏਗਾ ਤੁਸੀਂ ਸਿੰਥੈਟਿਕ ਅਫੀਮ ਦਿਖਾਈ ਸੀ ਚੋਣਾਂ ਤੋਂ ਪਹਿਲੇ, ਉਹ ਪਹਿਲਾਂ ਵੀ ਮਿਲਦੀ ਸੀ ਤੇ ਹੁਣ ਉਹਦਾ ਲੱਕ ਟੁੱਟ ਗਿਆ। ਉਹਦੀ ਸਪਲਾਈ ਚੇਨ ਮੈਂ ਬ੍ਰਦਰ ਮੈਂ ਉਹੀ ਗੱਲ ਕਹਿ ਰਿਹਾ, ਕਿਤੇ ਨਾ ਕਿਤੇ ਬਲੈਕ ਸ਼ੀਪ ਭੇਡ ਦੇ ਪੱਧਰ ਤੇ ਹੁੰਦੀਆਂ ਨੇ। ਚੰਗਾ ਕੰਮ ਕਰਨ ਵਾਲੇ ਵੀ ਅਫਸਰ ਹੈਗੇ ਨੇ, ਮਾੜੇ ਵਾਲੇ ਵੀ ਹੁੰਦੇ। ਉਹ ਕਿਤੇ ਨਾ ਕਿਤੇ ਉਹ ਚੀਜ਼ ਕਿਤੇ ਨਾ ਕਿਤੇ ਪਨਪ ਰਹੀ। ਅਦਰਵਾਈਜ਼ ਲੱਕ ਟੁੱਟਾ ਹੈ ਮੇਰੇ ਵੀਰ। ਤੂੰ ਬੇਸ਼ੱਕ ਦੀ ਪਿੰਡਾਂ ਜਾ ਕੇ ਪੁੱਛ ਲਓ, ਪੁੱਛਦੇ ਆ ਅਸੀਂ, ਜਾਂਦੇ ਪੁੱਛਦੇ ਆ। ਔਰ ਅੱਗੇ ਨੂੰ ਕੀ ਫਰਕ ਆ, ਅੱਗੇ ਨਾਲੋਂ ਫਰਕ ਹੈ। ਤਾਂ ਹੀ ਜਿਹੜਾ ਸਿੰਥੈਟਿਕ ਡਰੱਗ ਦਾ ਰਿਵਾਜ ਚੱਲਿਆ ਨਾ, ਗੋਲੀਆਂ ਖਾ ਲੈਣੀਆਂ, ਕੈਪਸੂਲ ਖਾ ਲੈਣੇ, ਉਹ ਕਿਉਂ ਆ? ਕਿਉਂਕਿ ਉਹ ਮਤਲਬ ਜਦੋਂ ਬਾਕੀ ਨਸ਼ਾ ਨਹੀਂ ਮਿਲਦਾ, ਫਿਰ ਇਸ ਬੰਨੇ ਨੂੰ ਲੋਕ ਚੱਲਦੇ ਨੇ। ਪਰ ਜੇ ਮੈਂ ਕਹਾਂ 100% ਉਹ ਨਹੀਂ ਹੋਇਆ। ਉਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫਿਰ ਇੱਥੇ ਕੰਮ ਸਾਨੂੰ ਸਾਰਿਆਂ ਨੂੰ ਰਲ ਕੇ ਕਰਨਾ ਹੋਊਗਾ। ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ ਦੇ ਨਾਲ ਦੀ ਟੀਵੀ NRI। ਮੁਕਤਸਰ ਸਾਹਿਬ ਦੇ ਪਿੰਡ ਫੱਤਾ ਖੇੜਾ ਦੇ ਵਿੱਚ 15 ਸਾਲ ਦੇ ਬੱਚੇ ਨੇ ਫੋਰਡ 3600 ਦਾ ਮਾਡਲ ਤਿਆਰ ਕੀਤਾ ਹੈ, ਜਿਸ ਵਿੱਚ ਆਟੋ ਰਿਕਸ਼ਾ ਦਾ ਇੰਜਨ ਰੱਖਿਆ ਗਿਆ ਹੈ। ਆਓ ਨਜ਼ਰ ਮਾਰਦੇ ਹਾਂ ਇੱਕ ਵਾਰ ਇਸ ਵੀਡੀਓ ਤੇ। ਮੁਕਤਸਰ ਸਾਹਿਬ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ। ਦਰਅਸਲ ਮੁਕਤਸਰ ਸਾਹਿਬ ਦੇ ਪਿੰਡ ਫੱਤਾ ਖੇੜਾ ਦੇ ਵਿੱਚ 15 ਸਾਲ ਦੇ ਬੱਚੇ ਨੇ ਫੋਰਡ 3600 ਤਿਆਰ ਕੀਤਾ ਹੈ, ਜਿਸ ਦੇ ਵਿੱਚ ਆਟੋ ਰਿਕਸ਼ਾ ਦਾ ਇੰਜਨ ਰੱਖਿਆ ਗਿਆ ਹੈ। ਦੱਸਦੇ ਕਿ ਇਸ 15 ਸਾਲਾਂ ਬੱਚੇ ਨੇ ਬਿਨਾਂ ਕਿਸੇ ਦੀ ਰਾਏ ਲਏ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਇਹ ਫੋਰਡ 3600 ਬਣਾਇਆ ਹੈ। ਆਓ ਨਜ਼ਰ ਮਾਰਦੇ ਹਾਂ ਇੱਕ ਵਾਰ ਇਸ ਵੀਡੀਓ ਤੇ। ਟੀਵੀ NRI। ਅੱਜ SGPC ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਤੇ ਪ੍ਰੈਸ ਵਾਰਤਾ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਿਛਲੇ ਦਿਨੀ ਉਹਨਾਂ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਸੀ ਕਿ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਸੋਲਰ ਸਿਸਟਮ ਲਗਾਇਆ ਜਾਵੇ ਤਾਂ ਜੋ ਬਿਜਲੀ ਦੀ ਖਪਤ ਨੂੰ ਬਚਾਇਆ ਜਾ ਸਕੇ, ਜਿਸ ਦੇ ਚੱਲਦੇ ਹੁਣ ਯੂਨਾਈਟਿਡ ਸਿੱਖ ਮਿਸ਼ਨ ਕੈਲੀਫੋਰਨੀਆ ਦੇ ਵੱਲੋਂ ਇਹ ਬੀੜਾ ਚੁੱਕਿਆ ਗਿਆ ਹੈ। ਅੱਜ SGPC ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਤੇ ਪ੍ਰੈਸ ਵਾਰਤਾ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਿਛਲੇ ਦਿਨੀ ਉਹਨਾਂ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਸੀ ਕਿ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਸੋਲਰ ਸਿਸਟਮ ਲਗਾਇਆ ਜਾਵੇ ਤਾਂ ਜੋ ਬਿਜਲੀ ਦੀ ਖਪਤ ਨੂੰ ਬਚਾਇਆ ਜਾ ਸਕੇ, ਜਿਸ ਦੇ ਚੱਲਦੇ ਹੁਣ ਯੂਨਾਈਟਿਡ ਸਿੱਖ ਮਿਸ਼ਨ ਕੈਲੀਫੋਰਨੀਆ ਦੇ ਵੱਲੋਂ ਇਹ ਬੀੜਾ ਚੁੱਕਿਆ ਗਿਆ ਹੈ। SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਅਸੀਂ ਸਾਰੇ ਸੋਲਰ ਸਿਸਟਮ ਲਗਵਾਉਣ ਦੇ ਕੰਮ ਨੂੰ ਇੱਕ ਹਫ਼ਤੇ ਵਿੱਚ ਹੀ ਸ਼ੁਰੂ ਕਰਨ ਜਾ ਰਹੇ ਹਾਂ। ਬੀਬੀ ਜਗੀਰ ਕੌਰ ਨੇ ਕਿਹਾ ਸਿਰਫ ਸ਼੍ਰੀ ਦਰਬਾਰ ਸਾਹਿਬ 'ਚ ਨਹੀਂ, ਇਸ ਤੋਂ ਇਲਾਵਾ ਹੋਰ ਵੀ ਗੁਰਦੁਆਰੇ ਜਿਵੇਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿੱਚ ਵੀ ਕੁਝ ਸਮੇਂ ਬਾਅਦ ਸੋਲਰ ਸਿਸਟਮ ਲਗਾਏ ਜਾ ਸਕਦੇ ਨੇ।
ਇਸ ਮੌਕੇ ਜਾਣਕਾਰੀ ਦਿੰਦਿਆਂ ਹੋਰ ਉਹਨਾਂ ਕੀ ਕਿਹਾ, ਆਓ ਜਾਣਦੇ ਹਾਂ। ਕੁਝ ਸਮਾਂ ਪਹਿਲਾਂ ਅਸੀਂ ਅਨਾਉਂਸ ਕੀਤਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਨਾਲ ਲੱਗਦੇ ਸਾਰੇ ਗੁਰਦੁਆਰਿਆਂ ਦੇ ਇਮਾਰਤਾਂ ਵਿੱਚ ਜਿਹੜਾ ਸੋਲਰ ਸਿਸਟਮ ਸ਼ੁਰੂ ਕਰਨ ਜਾ ਰਹੀ ਹੈ। ਸਾਡੀ ਖੁਸ਼ਕਿਸਮਤੀ ਹੈ ਕਿ ਕੌਮ ਜਿਹੜੀ ਬਹੁਤ ਸ਼ਰਧਾ ਤੇ ਸਤਿਕਾਰ ਇਸ ਸੰਸਥਾ ਦੇ ਨਾਲ, ਇਸ ਸਥਾਨ ਦੇ ਨਾਲ ਰੱਖਦੀ ਹੈ। ਸੰਸਾਰ ਦੇ ਕਿਸੇ ਕੋਨੇ ਵਿੱਚ ਕੋਈ ਵੀ ਸਿੱਖ ਬੈਠਾ ਹੈ, ਉਹਦੇ ਮਨ ਵਿੱਚ ਇੱਕ ਵੱਡੀ ਚਾਹਤ ਹੁੰਦੀ ਹੈ ਕਿ ਉਹ ਕਿਸੇ ਢੰਗ ਦੇ ਨਾਲ ਆਪਣਾ ਦਸਵੰਧ ਜਿਹੜਾ ਕੱਢ ਕੇ ਉਹ ਗੁਰੂ ਦੇ ਲੇਖੇ ਲੱਗ ਸਕੇ, ਗੁਰੂ ਦੀਆਂ ਸੇਵਾਵਾਂ 'ਚ ਲੱਗ ਸਕੇ। ਮੈਨੂੰ ਖੁਸ਼ੀ ਹੈ ਕਿ 1-2 ਮਹੀਨਾ ਪਹਿਲਾਂ ਜਦੋਂ ਅਸੀਂ ਐਲਾਨ ਕੀਤਾ, ਉਸੇ ਵੇਲੇ ਯੂਨਾਈਟਿਡ ਸਿੱਖ ਮਿਸ਼ਨ ਕੈਲੀਫੋਰਨੀਆ ਜਿਹੜੀ ਸੰਸਥਾ ਹੈ, ਇਹਨਾਂ ਨੇ ਸਾਨੂੰ ਜਲਦੀ ਨਾਲ ਆਫਰ ਕੀਤਾ ਕਿ ਇਹ ਸੇਵਾ ਜਿਹੜੀ ਸਾਡੀ ਝੋਲੀ 'ਚ ਪਾਓ। ਮੈਂ ਆਪਣੇ ਆਪ ਨੂੰ ਵੀ ਖੁਸ਼ਕਿਸਮਤ ਸਮਝਦੀ ਹਾਂ ਕਿ ਮੇਰੇ ਕੀਤਾ ਹੋਇਆ ਐਲਾਨ ਥੋੜ੍ਹੇ ਸਮੇਂ ਵਿੱਚ ਹੀ ਪੂਰਾ ਕਰਨ ਵਾਸਤੇ ਇਹਨਾਂ ਨੇ ਬਹੁਤ ਵੱਡਾ ਜੋ ਯਤਨ ਕੀਤਾ। ਅਤੇ ਅੱਜ ਸਾਰੀ ਟੀਮ ਸਰਦਾਰ ਰਛਪਾਲ ਸਿੰਘ ਜੀ ਢੀਂਡਸਾ ਸਾਹਿਬ, ਦੂਜੇ ਪਾਸੇ ਜਿਹੜੇ ਸਾਡੇ ਸਿੱਖ ਲੈਂਸ ਕੈਲੀਫੋਰਨੀਆ, ਇਹ 2 ਸਾਥੀ ਜਿਹੜੇ ਹੈ ਸਿੱਖ ਲੈਂਸ ਕੈਲੀਫੋਰਨੀਆ, ਮਿਸਟਰ ਵਿੱਕੀ ਸਿੰਘ, ਇਹਨਾਂ ਨੇ ਰਲ ਕੇ ਇਹ ਕਾਰਜ ਆਪਣੇ ਮੋਢਿਆਂ 'ਤੇ ਲਿਆ ਔਰ ਇਹ ਸਾਰੇ ਰਲ ਕੇ ਸਾਡੇ ਨਾਲ ਜਿਹੜਾ ਕੋਆਰਡੀਨੇਟ ਕਰਨਗੇ। ਨਾਲ ਸਰਦਾਰ ਬਲਦੇਵ ਸਿੰਘ ਜੀ ਅਤੇ ਸਾਥੀ ਵੀ ਸਰਦਾਰ ਬਲੌਰ ਸਿੰਘ ਜੀ, ਇੱਥੇ ਜਿਹੜਾ ਟੈਕਨੀਕਲੀ ਕਰਨਗੇ ਉਹ ਸਰਦਾਰ ਬਲੌਰ ਸਿੰਘ ਜੀ, ਡਾਕਟਰ MP ਸਿੰਘ, ਜਿਹੜੇ ਨਾਲ ਕੋਆਰਡੀਨੇਟ ਸਾਰੇ ਕਰ ਰਹੇ। ਸੋ ਮੈਂ ਸਮਝਦੀ ਹਾਂ ਕਿ ਐਡਾ ਵੱਡਾ ਕਾਰਜ ਜਿਹੜਾ ਇਹਨਾਂ ਨੇ ਆਪਣੇ ਹੱਥ 'ਚ ਲਿਆ, ਇਹ ਵੀ ਮੈਂ ਮਹਿਸੂਸ ਕਰਦੀ ਹਾਂ ਕਿ ਮੇਰੀ ਜਿਹੜੀ ਸਾਡੀ ਟੈਨਸ਼ਨ ਸੀ ਜਾਂ ਸਾਡੀ ਚਿੰਤਾ ਸੀ, ਉਹ ਵੀ ਇਹਨਾਂ ਨੇ ਆਪਣੇ ਸਿਰ 'ਤੇ ਚੁੱਕ ਲਈ ਕਿ ਅਸੀਂ ਆਪ ਇਹ ਸਾਰਾ ਕੰਮ ਜਿਹੜਾ ਆਪ ਕੋਲ ਖਲੋ ਕੇ ਕਰਾਵਾਂਗੇ, ਆਪ ਨਾਲ ਚੱਲ ਕੇ ਕਰਾਂਗੇ। ਅੱਜ ਇਹ ਉਚੇਚੇ ਤੌਰ ਦੇ ਉੱਤੇ ਕੈਲੀਫੋਰਨੀਆ ਤੋਂ ਇੱਥੇ ਆਏ ਹੈ ਇਸ ਕਾਰਜ ਨੂੰ ਸ਼ੁਰੂ ਕਰਨ ਵਾਸਤੇ। 7 ਕੰਪਨੀਆਂ ਦੇ ਨਾਲ ਇਹਨਾਂ ਨੇ ਸਾਰੀ ਗੱਲ ਕੀਤੀ ਹੈ ਅਤੇ ਉਹਨਾਂ ਨਾਲ ਨੈਗੋਸ਼ੀਏਸ਼ਨ ਤਕਰੀਬਨ ਇਹਨਾਂ ਦੀ ਹੋ ਹੀ ਗਈ ਹੈ, ਫਾਈਨਲ ਹੋ ਗਈ। 1 ਹਫ਼ਤੇ ਦਾ ਸਮਾਂ ਇਹਨਾਂ ਨੇ ਲਿਆ ਕਿ ਅਸੀਂ 1 ਹਫ਼ਤੇ ਦੇ ਵਿੱਚ ਇਸ ਕੰਮ ਨੂੰ ਸ਼ੁਰੂ ਕਰਨ ਜਾ ਰਹੇ। ਮੈਂ ਖੁਸ਼ੀ ਮਹਿਸੂਸ ਕਰਦੀ ਹਾਂ ਕਿ ਕੇਵਲ ਇੱਥੇ ਨਹੀਂ, ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਜਾਂ ਹੋਰ ਜਿਹੜੀਆਂ ਬਿਲਡਿੰਗਾਂ ਦੇ ਵਿੱਚ ਸਾਡੇ ਕੋਲ ਸਪੇਸ ਹੋਏਗੀ, ਉਹਨੂੰ ਵੀ ਓਨ ਕਰਨਗੇ। ਈਵਨ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਤਲਵੰਡੀ ਸਾਬੋ ਤਖਤ ਸਾਹਿਬ 'ਤੇ ਵੀ ਅਸੀਂ ਲਗਾਉਣਾ। ਇਹਨਾਂ ਨੇ ਕਿਹਾ ਵੀ ਪਹਿਲਾਂ ਆਪਾਂ ਇਹਨੂੰ ਕੰਪਲੀਟ ਕਰ ਲਈਏ, ਫਿਰ ਨਾਲ ਹੀ ਉੱਧਰ ਕਰਾਂਗੇ। ਔਰ ਪਹਿਲਾਂ ਇਹਨਾਂ ਨੇ ਆਪਣਾ ਸਾਰੇ ਸੋਰਸ ਜਿਹੜੇ ਸੀਗੇ ਉਹ ਸਾਰਾ ਇਹਨਾਂ ਨੇ ਪੈਸੇ ਦਾ ਪ੍ਰਬੰਧ ਕਰਕੇ ਸਾਡੇ ਕੋਲ ਪਹੁੰਚੀ ਹੈ। ਮੈਂ ਇਹਨਾਂ ਦਾ ਧੰਨਵਾਦ ਵੀ ਕਰਦੀ ਹਾਂ ਅਤੇ ਵਧਾਈਆਂ ਵੀ ਦਿੰਦੀ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਮੁਕੰਮਲ ਕਰਨ ਦਾ ਟੀਚਾ ਜਿਹੜਾ ਦੱਸ ਰਿਹਾ ਹੈ ਕਿ ਤਕਰੀਬਨ 3.5-4 ਮਹੀਨਿਆਂ ਦੇ ਵਿੱਚ ਇਸ ਨੂੰ ਕੰਪਲੀਟ ਕਰ ਦਿੱਤਾ ਜਾਊ। ਫਿਲਹਾਲ ਜਿਹੜੀ ਇੱਥੋਂ ਜਗ੍ਹਾ, ਕਿਉਂਕਿ ਪਹਿਲਾਂ ਸਾਡੇ ਮਨ 'ਚ ਸੀ ਵੀ ਅਸੀਂ ਬਾਹਰ ਸਾਡਾ ਜਿਹੜਾ ਜਗ੍ਹਾ ਹੈਗੀ ਹੈ ਓਪਨ, ਉਹਦੇ ਵਿੱਚ ਅਸੀਂ ਸਾਰਾ ਵੱਡਾ 4 ਮੈਗਾਵਾਟ ਦਾ ਲਾ ਦਈਏ। ਲੇਕਿਨ ਸਰਕਾਰ ਨੇ ਪਾਲਿਸੀ ਬਣਾ ਦਿੱਤੀ ਹੈ ਕਿ ਬਾਹਰੋਂ ਅਸੀਂ ਲਾ ਕੇ ਬਾਹਰੋਂ ਬਿਜਲੀ ਨਹੀਂ ਲਿਆ ਸਕਾਂਗੇ। ਉਹ ਇਹਨਾਂ ਨੇ ਪਾਲਿਸੀ ਖਤਮ ਕਰ ਦਿੱਤੀ। ਹੁਣ ਸਾਨੂੰ ਸਾਡੇ ਕੰਪਲੈਕਸ ਦੀਆਂ ਛੱਤਾਂ ਵਰਤਣ ਵਾਸਤੇ ਇਹ ਮਜਬੂਰ ਹੋਣਾ ਪਿਆ ਕਿ ਅਸੀਂ ਜਿੰਨੀਆਂ ਸਾਡੀਆਂ ਛੱਤਾਂ ਹਨ ਅਸੀਂ ਉਹਦੇ ਉੱਤੇ ਇਹਦਾ ਪ੍ਰਬੰਧ ਕਰ ਸਕੀਏ। ਪਹਿਲਾਂ ਟੈਕਨੀਕਲੀ ਛੱਤਾਂ ਵੀ ਦੇਖਣੀਆਂ ਪਈਆਂ, ਉਹ ਵੀ ਸਾਰਾ ਕੁਝ ਚੈੱਕ ਕਰ ਲਿਆ। ਅਸੀਂ ਕਿਸ ਢੰਗ ਦੇ ਨਾਲ ਇਹਨੂੰ ਇੱਥੇ ਮੁਹੱਈਆ ਕਰਾ ਸਕਦੇ ਹਾਂ ਸਾਰੀ ਸਹੂਲਤ ਨੂੰ, ਉਹ ਵੀ ਸਾਰਾ ਅਸੀਂ ਟੈਕਨੀਕਲੀ ਚੈੱਕ ਕਰਾ ਲਿਆ। ਥੋੜ੍ਹੇ ਦਿਨਾਂ ਵਿੱਚ 1 ਹਫ਼ਤੇ ਦੇ ਵਿੱਚ ਇਹ ਕਾਰਜ ਜਿਹੜਾ ਸ਼ੁਰੂ ਹੋ ਜਾਣਾ ਅਤੇ 4 ਮਹੀਨਿਆਂ 'ਚ ਇਹਨੂੰ ਪੂਰਾ ਕੀਤਾ ਜਾਣਾ। ਔਰ ਇਹਦਾ ਐਸਟੀਮੇਟਲੀ ਇਹ ਸਾਰਾ ਖਰਚ ਜਿਹੜਾ ਜਿੱਥੇ 3.25-4 ਕਰੋੜ ਇਸ ਕੰਪਲੈਕਸ ਦੇ ਵਿੱਚ ਲੱਗਣਾ, ਨਾਲ ਦੇ ਕੰਪਲੈਕਸਿਸ ਵਿੱਚ ਲਾਉਣ ਵਾਸਤੇ ਤਕਰੀਬਨ 8 ਕਰੋੜ ਦਾ ਸਾਰਾ ਐਸਟੀਮੇਟ ਅਸੀਂ ਲਵਾਇਆ ਕਿ 8 ਕਰੋੜ ਰੁਪਈਆ ਇਹ 'ਤੇ ਖਰਚ ਆਏਗਾ। ਮੈਂ ਧੰਨਵਾਦ ਕਰਦੀ ਹਾਂ ਸਰਦਾਰ ਰਛਪਾਲ ਸਿੰਘ ਜੀ ਪ੍ਰਧਾਨ ਸਾਹਿਬ ਜੀ ਦਾ ਅਤੇ ਸਰਦਾਰ ਵਿੱਕੀ ਸਿੰਘ ਜੀ
ਤੇ ਨਾਲ ਆਏ ਸਰਦਾਰ ਬਲਦੇਵ ਸਿੰਘ ਜੀ ਹੋਰੀ ਸਾਰੇ ਭਰਾਵਾਂ ਦਾ, ਜਿਨ੍ਹਾਂ ਨੇ ਏਡਾ ਵੱਡਾ ਕਾਰਜ ਆਪਣੇ ਮੋਢਿਆਂ ਤੇ ਲੈ ਕੇ ਆਪ ਪਿਆਰ ਤੇ ਸਤਿਕਾਰ ਦੇ ਨਾਲ ਇਹਨੂੰ ਨੇਪਰੇ ਚਾੜਨ ਵਾਸਤੇ ਜ਼ਿੰਮੇਵਾਰੀ ਚੁੱਕੀ ਹੈ। ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ ਦੇ ਨਾਲ ਦੀ ਟੀਵੀ NRI। ਸੋ ਇਹ ਤਾਂ ਅੱਜ ਦੀਆਂ ਕੁਝ ਖਾਸ ਖਬਰਾਂ, ਜਿਹੀਆਂ ਹੀ ਖਬਰਾਂ ਦੇ ਲਈ ਜੁੜੇ ਰਹੋ ਕੈਨੇਡੀਅਨ ਮੀਡੀਆ ਦੀ ਟੀਵੀ NRI ਦੇ ਨਾਲ।